ਅੱਜ ਆਓ ਅਸੀਂ ਜੀਵਨ ਦਾ ਬਿਰਛ ਅਤੇ ਸਾਡੇ ਮੁਕਤੀਦਾਤਾ ਮਸੀਹੀ ਅਨਸੰਗ ਹੂੰ ਸਿਰਲੇਖ ਉਪਦੇਸ਼ ਨਾਲ ਪਰਮੇਸ਼ਵਰ ਦੇ ਵਚਨ ਨੂੰ ਸਾਂਝਾ ਕਰਨ ਦਾ ਸਮਾਂ ਲਈਏ। ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਅਸੀਂ ਸੋਚਿਆ ਸੀ ਕਿ 2020 ਤੱਕ ਸਭ ਕੁਝ ਠੀਕ ਹੋ ਜਾਵੇਗਾ, ਪਰ ਇਹ 2021 ਵਿੱਚ ਵੀ ਜਾਰੀ ਹੈ। ਜਦੋਂ ਅਸੀਂ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਦੇਖਦੇ ਹਾਂ, ਤਦ ਚੇਲਿਆਂ ਨੇ ਜੈਤੂਨ ਪਹਾੜ ਉੱਤੇ ਯਿਸੂ ਨੂੰ ਪੁੱਛਿਆ, ਤੁਸੀਂ ਇਸ ਧਰਤੀ ਤੇ ਕਦੋਂ ਆਓਗੇ ਅਤੇ ਜਗਤ ਦੇ ਅੰਤ ਦੀ ਕੀ ਨਿਸ਼ਾਨੀ ਹੋਵੇਗੀ? ਮੱਤੀ ਅਧਿਆਇ 24 ਵਿੱਚ ਉਹ ਦ੍ਰਿਸ਼ ਹਨ ਜਿੱਥੇ ਉਹ ਇਸ ਪ੍ਰਕਾਰ ਦੇ ਸਵਾਲ ਪੁੱਛ ਰਹੇ ਹਨ। ਫਿਰ ਯਿਸੂ ਨੇ ਕਿਹਾ, ਥਾਂ ਥਾਂ ਅਕਾਲ ਪੈਣਗੇ ਅਤੇ ਭੁਚਾਲ ਆਉਣਗੇ। ਆਸਾਨ ਸ਼ਬਦਾਂ ਵਿੱਚ ਕਹੀਏ ਤਾਂ ਅਕਾਲ ਅਤੇ ਭੁਚਾਲ ਕੁਦਰਤੀ ਆਫਤਾਂ ਹਨ। ਵੱਖ-ਵੱਖ ਕੁਦਰਤੀ ਆਫਤਾਂ ਹੁਣ ਸਾਡੇ ਆਲੇ ਦੁਆਲੇ ਹੋ ਰਹੀਆਂ ਹਨ। ਕੀ ਕਰੋਨਾ ਵਾਇਰਸ ਮਹਾਮਾਰੀ ਵੀ ਇੱਕ ਤਰ੍ਹਾਂ ਦੀ ਆਫਤ ਨਹੀਂ ਹੈ? 2015 ਵਿੱਚ ਫਰਾਂਸ ਵਿੱਚ ਵਿਕਸਿਤ ਦੇਸ਼ਾਂ ਵਿੱਚ ਜਲਵਾਯੂ ਪਰਿਵਰਤਨ ਉੱਤੇ ਸੰਧੀ ਹੋਈ ਸੀ। ਜਲਵਾਯੂ ਸਮਝੌਤਾ ਕਹਿੰਦਾ ਹੈ ਸਾਨੂੰ ਧਰਤੀ ਦੇ ਤਾਪਮਾਨ ਨੂੰ 2 ਡਿਗਰੀ ਸੈਲਸੀਅਸ ਜਾਂ ਇਸ ਤੋਂ ਜ਼ਿਆਦਾ ਨਹੀਂ ਵਧਾਉਣਾ ਚਾਹੀਦਾ। 2 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੋ ਜਾਣ ਤੋਂ ਪਹਿਲਾਂ ਸਾਨੂੰ ਰੋਕ ਦੇਣਾ ਚਾਹੀਦਾ ਹੈ। ਹਰੇਕ ਦੇਸ਼ ਹੁਣ ਇਸ ਲਈ ਬਹੁਤ ਕੋਸ਼ਿਸ਼ ਕਰ ਰਹੇ ਹਨ, ਪਰ ਇਹ ਪਹਿਲਾਂ ਹੀ 1 ਡਿਗਰੀ ਸੈਲਸੀਅਸ ਵੱਧ ਗਿਆ ਹੈ। ਕਿਉਂਕਿ ਤਾਪਮਾਨ 1 ਡਿਗਰੀ ਸੈਲਸੀਅਸ ਵੱਧ ਗਿਆ ਹੈ ਤਾਂ ਧਰਤੀ ਤੇ ਕਈ ਤਬਦੀਲੀਆਂ ਹੋਣ ਲੱਗ ਗਈਆਂ ਹਨ। ਮੌਸਮ ਬਦਲਣ ਲੱਗ ਗਿਆ ਹੈ। 6 ਸਾਲ ਪਹਿਲਾਂ ਇਹ ਕਿਹਾ ਗਿਆ ਸੀ ਜੇਕਰ ਧਰਤੀ ਦਾ ਤਾਪਮਾਨ 2 ਡਿਗਰੀ ਸੈਲਸੀਅਸ ਤੋਂ ਉੱਪਰ ਹੋ ਜਾਵੇਗਾ ਤਾਂ ਧਰਤੀ ਕਿਆਮਤ ਦੇ ਦਿਨ ਦਾ ਸਾਹਮਣਾ ਕਰੇਗੀ। ਉਹਨਾਂ ਨੇ ਕਿਹਾ, ਆਓ ਅਸੀਂ ਤਾਪਮਾਨ ਨੂੰ 2 ਡਿਗਰੀ ਸੈਲਸੀਅਸ ਤੱਕ ਵਧਣ ਤੋਂ ਰੋਕਣ ਲਈ ਆਪਣੀ ਪੂਰੀ ਕੋਸ਼ਿਸ਼ ਕਰੀਏ, ਪਰ ਇਹ ਪਹਿਲਾਂ ਹੀ 1 ਡਿਗਰੀ ਸੈਲਸੀਅਸ ਵੱਧ ਗਿਆ ਹੈ। ਜੇਕਰ ਬਾਕੀ 1 ਡਿਗਰੀ ਸੈਲਸੀਅਸ ਵੱਧ ਜਾਵੇ ਤਾਂ ਕੀ ਹੋਵੇਗਾ? ਅੰਟਾਰਕਟਿਕ ਗਲੇਸ਼ੀਅਰ ਪਿਘਲ ਜਾਣਗੇ, ਆਰਕਟਿਕ ਬਰਫ਼ ਪਿਘਲ ਜਾਵੇਗੀ ਅਤੇ ਇੱਥੋਂ ਤੱਕ ਕਿ ਸਥਾਈ ਬਰਫ਼ ਬਣਾਉਣ ਵਾਲੀ ਬਰਫ਼ ਦੀਆਂ ਟੋਪੀਆਂ ਵੀ ਪਿਘਲ ਜਾਣਗੀਆਂ, ਜਿਸ ਨਾਲ ਹੇਠਾਂ ਦੀ ਧਰਤੀ ਪ੍ਰਗਟ ਹੋਵੇਗੀ। ਲੋਕ ਸੋਚ ਸਕਦੇ ਹਨ ਭਾਵੇਂ ਹੀ ਬਰਫ਼ ਦੀਆਂ ਟੋਪੀਆਂ ਪਿਘਲ ਜਾਣ, ਪਰ ਇਹ ਜ਼ਿਆਦਾ ਚਿੰਤਾ ਕਰਨ ਦੀ ਗੱਲ ਨਹੀਂ ਹੈ। ਪਰ ਸਮੱਸਿਆ ਇਹ ਹੈ ਕਿ ਜੀਵ ਜੰਤੂ ਹਜ਼ਾਰਾਂ ਸਾਲਾਂ ਤੋਂ ਇਹਨਾਂ ਬਰਫ਼ ਦੀਆਂ ਟੋਪੀਆਂ ਦੇ ਅੰਦਰ ਜਮੇ ਹੋਏ ਹਨ ਅਤੇ ਉਹਨਾਂ ਨੂੰ ਮਰਨ ਤੋਂ ਰੋਕ ਰਹੇ ਹਨ। ਇਸ ਤਰ੍ਹਾਂ ਵੱਖ-ਵੱਖ ਕਿਸਮਾਂ ਦੇ ਵਾਇਰਸ ਜਿਨ੍ਹਾਂ ਦਾ ਸਾਹਮਣਾ ਮਨੁੱਖ ਜਾਤੀ ਨੇ ਪਹਿਲਾਂ ਕਦੇ ਨਹੀਂ ਕੀਤਾ ਹੈ, ਉਹ ਨਿਕੰਮੀ ਅਵਸਥਾ ਵਿੱਚ ਲੁਕੇ ਹੋਏ ਹਨ। ਵਿਗਿਆਨੀ ਬਹੁਤ ਡਰੇ ਹੋਏ ਅਤੇ ਚਿੰਤਾ ਵਿੱਚ ਹਨ ਕਿ ਵੱਧਦੇ ਤਾਪਮਾਨ ਕਰਕੇ ਜੇਕਰ ਉਹ ਸਾਰੇ ਵਾਇਰਸ ਇੱਕ-ਇੱਕ ਕਰਕੇ ਆਪਣੀ ਨਿਕੰਮੀ ਅਵਸਥਾ ਤੋਂ ਬਾਹਰ ਆ ਜਾਣ ਤਾਂ ਉਹ ਵੱਖ-ਵੱਖ ਜੀਵਾਂ ਵਿੱਚ ਫੈਲਣਾ ਸ਼ੁਰੂ ਕਰ ਦੇਣਗੇ, ਭਾਵੇਂ ਉਹ ਮਨੁੱਖ ਹੋਣ ਜਾਂ ਜਾਨਵਰ। ਇਸ ਨਾਲ ਵਿਪਤਾਵਾਂ ਅਤੇ ਬਿਮਾਰੀਆਂ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲਣਗੀਆਂ। ਕੀ ਸਿਰਫ ਇੰਨੀਆਂ ਹੀ ਚੀਜ਼ਾਂ ਹੋਣਗੀਆਂ? ਜਲਵਾਯੂ ਬਹੁਤ ਤੇਜ਼ੀ ਨਾਲ ਬਦਲ ਗਿਆ ਹੈ। ਭਾਰਤ, ਅਮਰੀਕਾ, ਚੀਨ ਅਤੇ ਏਸ਼ੀਆ ਵਿੱਚ ਝਰਨੇ ਦੇ ਵਾਂਗ ਹੜ੍ਹ ਲਗਾਤਾਰ ਆ ਰਹੇ ਹਨ। ਹੁਣ ਇਹ ਕਿਹਾ ਜਾਂਦਾ ਹੈ ਕਿ ਧਰਤੀ ਆਪਣੀ ਸਧਾਰਨ ਜਲਵਾਯੂ ਵਿੱਚ ਆਪਣੇ ਆਪ ਨੂੰ ਦੁਬਾਰਾ ਪੈਦਾ ਕਰਨ ਦੀ ਸਮਰੱਥ ਨੂੰ ਗਵਾ ਸਕਦੀ ਹੈ। ਪਹਿਲੇ ਸਮੇਂ ਵਿੱਚ ਚੀਨ ਵਿੱਚ ਹਰੀਕੇਨਸ ਕਦੇ ਨਹੀਂ ਦੇਖਿਆ ਗਿਆ ਸੀ, ਪਰ ਹੁਣ ਅਮਰੀਕਾ ਦੀ ਤੁਲਨਾ ਵਿੱਚ ਉੱਥੇ ਦੇ ਹਰੀਕੇਨਸ ਭਿਆਨਕ ਹਨ ਅਤੇ ਪੂਰੇ ਚੀਨ ਵਿੱਚ ਬਹੁਤ ਸਾਰੇ ਬਵੰਡਰ ਵੀ ਵਿਖਾਈ ਦਿੰਦੇ ਹਨ। ਹਾਲ ਹੀ ਵਿੱਚ ਚੀਨ ਵਿੱਚ ਮੁਰਗੀ ਦੇ ਅੰਡੇ ਦੇ ਆਕਾਰ ਦੇ ਗੜੇ ਡਿੱਗ ਰਹੇ ਹਨ। ਇੰਟਰਨੈਟ ਉੱਤੇ ਬਹੁਤ ਸਾਰੀਆਂ ਖਬਰਾਂ ਹਨ, ਇਸ ਲਈ ਜੇਕਰ ਤੁਸੀਂ YouTube ਉੱਤੇ ਜਾਵੋ ਅਤੇ ਵਿਪਤਾਵਾਂ ਟਾਈਪ ਕਰੋ ਤਾਂ ਤੁਸੀਂ ਪਾਓਗੇ ਕਿ ਦੁਨੀਆ ਭਰ ਵਿੱਚ ਬਹੁਤ ਸਾਰੀਆਂ ਵਿਪਤਾਵਾਂ ਆ ਰਹੀਆਂ ਹਨ। ਇੱਧਰ-ਉੱਧਰ ਜਵਾਲਾਮੁਖੀ ਫਟ ਰਹੇ ਹਨ ਅਤੇ ਕਈ ਖੇਤਰਾਂ ਵਿੱਚ ਬੇਸਬਾਲ ਦੇ ਆਕਾਰ ਦੇ ਗੜੇ ਡਿੱਗ ਰਹੇ ਹਨ। ਬੇਕਾਬੂ ਭੂਚਾਲ ਦੇ ਕਾਰਨ ਦੁਨੀਆ ਵਿੱਚ ਹਫੜਾ ਦਫੜੀ ਮਚੀ ਹੋਈ ਹੈ। ਜਵਾਲਾਮੁਖੀ ਹੁਣ ਇੱਕ-ਇੱਕ ਕਰਕੇ ਨਹੀਂ, ਬਲਕਿ ਇੱਕ ਹੀ ਸਮੇਂ ਵਿੱਚ ਫਟਦੇ ਹਨ। ਜਦੋਂ ਵੀ ਇਹ ਘਟਨਾਵਾਂ ਵਾਪਰਦੀਆਂ ਹਨ, ਮੈਂ ਹਮੇਸ਼ਾ ਸਾਡੇ ਮੁਕਤੀਦਾਤਾ ਬਾਰੇ ਸੋਚਦਾ ਹਾਂ। ਸਾਨੂੰ ਬਚਾਉਣ ਦੇ ਮਕਸਦ ਨਾਲ ਇਸ ਧਰਤੀ ਉੱਤੇ ਆਉਣ ਲਈ ਮੈਂ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦਾ ਬਹੁਤ ਧੰਨਵਾਦੀ ਹਾਂ।
ਹਾਲਾਂਕਿ ਲੋਕਾਂ ਦੀਆਂ ਅੱਖਾਂ ਬੰਦ ਹਨ, ਜਿਸ ਨਾਲ ਉਹ ਇਸ ਗੱਲ ਨੂੰ ਨਹੀਂ ਦੇਖ ਸਕਦੇ। ਮਨੁੱਖ ਜਾਤੀ ਦਾ ਧਿਆਨ ਇਸ ਗੱਲ ਉੱਤੇ ਕੇਂਦਰਿਤ ਹੈ ਕਿ ਕੋਵਿਡ-19 ਸੰਕਟ ਨਾਲ ਕਿਵੇਂ ਨਜਿੱਠਿਆ ਜਾਵੇ ਤਾਂ ਜੋ ਉਹ ਆਪਣੇ ਰੋਜ਼ਾਨਾ ਜੀਵਨ ਨੂੰ ਆਜ਼ਾਦੀ ਨਾਲ ਜੀ ਸਕਣ। ਜੇਕਰ ਲੋਕ ਇਹਨਾਂ ਗੱਲਾਂ ਨੂੰ ਜਾਣ ਵੀ ਲੈਣ, ਫਿਰ ਵੀ ਕੋਈ ਹੱਲ ਨਹੀਂ ਹੈ। ਉਹ ਕਹਿੰਦੇ ਹਨ ਸਰਕਾਰ ਇਸ ਦਾ ਹੱਲ ਕਰੇਗੀ, ਸੰਯੁਕਤ ਰਾਸ਼ਟਰ ਇਸ ਨਾਲ ਨਜਿੱਠੇਗਾ। ਇਹੀ ਉਹ ਚੀਜ਼ ਹੈ ਜਿਸ ਦੀ ਉਹ ਉਮੀਦ ਕਰ ਸਕਦੇ ਹਨ। ਪਰ ਸਾਨੂੰ ਸਵਰਗ ਦੀ ਸਦੀਪਕ ਮਹਿਮਾ ਦੇਣ ਲਈ, ਜਿੱਥੇ ਕੋਈ ਦੁੱਖ ਨਹੀਂ ਹੈ, ਕੋਈ ਦਰਦ ਨਹੀਂ ਹੈ ਅਤੇ ਕੋਈ ਮੌਤ ਨਹੀਂ ਹੈ, ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਮੁਕਤੀਦਾਤਾ ਦੇ ਰੂਪ ਵਿੱਚ ਇਸ ਧਰਤੀ ਉੱਤੇ ਆਏ। ਇਸ ਲਈ ਸਾਨੂੰ ਪਿਤਾ ਜੀ ਅਤੇ ਮਾਤਾ ਜੀ ਦੇ ਧਰਤੀ ਉੱਤੇ ਆਉਣ ਬਾਰੇ ਲੋਕਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਿਓਨ ਵਿੱਚ ਰਹਿਣ ਵਾਲੇ ਮੁਕਤੀਦਾਤਾਵਾਂ ਨੂੰ ਸਵੀਕਾਰ ਕਰਨ ਦੀ ਆਸ਼ੀਸ਼ ਪ੍ਰਾਪਤ ਕਰ ਸਕਣ। ਸਾਨੂੰ ਸਵਰਗੀय ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਮੁਕਤੀਦਾਤਾ ਦੇ ਰੂਪ ਵਿੱਚ ਆਉਣ ਵਾਲੇ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਕਿੰਨਾ ਜ਼ਿਆਦਾ ਧੰਨਵਾਦ ਦੇਣਾ ਚਾਹੀਦਾ ਹੈ। ਅੱਜ ਆਓ ਅਸੀਂ ਆਪਣੇ ਮੁਕਤੀਦਾਤਾ ਪਰਮੇਸ਼ਵਰ ਨੂੰ ਲੱਭਣ ਦਾ ਸਮਾਂ ਲਈਏ, ਜਿਨ੍ਹਾਂ ਦੀ ਭਵਿੱਖਬਾਣੀ ਬਾਈਬਲ ਵਿੱਚ ਕੀਤੀ ਗਈ ਹੈ। ਆਓ ਅਸੀਂ ਜੀਵਨ ਦੇ ਬਿਰਛ ਅਤੇ ਸਾਡੇ ਮੁਕਤੀਦਾਤਾ ਮਸੀਹੀ ਅਨਸੰਗ ਹੋਂ ਸਿਰਲੇਖ ਨਾਲ ਪਰਮੇਸ਼ਵਰ ਦੇ ਸੱਚਾਈ ਦੇ ਵਚਨਾਂ ਦਾ ਅਧਿਐਨ ਕਰੀਏ। ਜਿਵੇਂ ਕਿ ਮੈਂ ਜ਼ਿਕਰ ਕੀਤਾ ਹੈ, ਇਸ ਧਰਤੀ ਉੱਤੇ ਮਨੁੱਖ ਜਾਤੀ ਦੇ ਪ੍ਰਗਟ ਹੋਣ ਦੇ ਸਮੇਂ ਤੋਂ ਹੀ ਲੋਕ ਮੌਤ ਦੇ ਦੁੱਖ ਨਾਲ ਰੋ ਰਹੇ ਹਨ। ਅਸੀਂ ਸਾਰੇ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ ਕਿ ਮਨੁੱਖ ਜਾਤੀ ਦੀ ਮੌਤ ਅਦਨ ਬਾਗ ਤੋਂ ਸ਼ੁਰੂ ਹੋਈ ਸੀ। ਜਿਸ ਪ੍ਰਕਾਰ ਮੌਤ ਦਾ ਇਤਿਹਾਸ ਅਦਨ ਤੋਂ ਸ਼ੁਰੂ ਹੋਇਆ, ਉਸੇ ਤਰ੍ਹਾਂ ਅਸੀਂ ਜੀਵਨ ਦਾ ਜਵਾਬ ਵੀ ਅਦਨ ਵਿੱਚ ਲੱਭ ਸਕਦੇ ਹਾਂ। ਆਪਣੀਆਂ ਸੰਤਾਨਾਂ ਨੂੰ ਇਹ ਸਪਸ਼ਟ ਰੂਪ ਨਾਲ ਸਮਝਾਉਣ ਲਈ ਯਿਸੂ ਨੇ ਸਾਨੂੰ ਮੱਤੀ ਅਧਿਆਇ 13 ਵਿੱਚ ਇੱਕ ਮਹੱਤਵਪੂਰਨ ਸਿੱਖਿਆ ਦਿੱਤੀ। ਆਓ ਅਸੀਂ ਮੱਤੀ ਅਧਿਆਇ 13 ਵਚਨ 34 ਵਿੱਚ ਉਸ ਸਿੱਖਿਆ ਨੂੰ ਦੇਖੀਏ। ਇਹ ਸਾਰੀਆਂ ਗੱਲਾਂ ਯਿਸੂ ਨੇ ਲੋਕਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਸੁਣਾਈਆਂ ਅਤੇ ਬਿਨਾਂ ਦ੍ਰਿਸ਼ਟਾਂਤ ਉਹ ਉਹਨਾਂ ਨਾਲ ਨਹੀਂ ਸੀ ਬੋਲਦਾ, ਤਾਂ ਜਿਹੜਾ ਬਚਨ ਨਬੀ ਨੇ ਆਖਿਆ ਸੀ ਉਹ ਪੂਰਾ ਹੋਵੇ ਕਿ ਮੈਂ ਦ੍ਰਿਸ਼ਟਾਂਤਾਂ ਵਿੱਚ ਆਪਣਾ ਮੂੰਹ ਖੋਲਾਂਗਾ, ਮੈਂ ਉਹਨਾਂ ਗੱਲਾਂ ਨੂੰ ਉਚਾਰਾਂਗਾ ਜਿਹੜੀਆਂ ਸੰਸਾਰ ਦੇ ਮੁੱਢੋਂ ਗੁਪਤ ਰਹੀਆਂ ਹਨ। ਯਿਸੂ ਨੇ ਕਿਹਾ ਕਿ ਬਾਈਬਲ ਦੀਆਂ 66 ਕਿਤਾਬਾਂ ਵਿੱਚ ਪਰਮੇਸ਼ਵਰ ਦੇ ਸਾਰੇ ਭੇਤ ਦ੍ਰਿਸ਼ਟਾਂਤਾਂ ਵਿੱਚ ਲੁਕੇ ਹੋਏ ਹਨ। ਇਸ ਦੇ ਇਲਾਵਾ ਉਹਨਾਂ ਨੇ ਸਮਝਾਇਆ ਕਿ ਉਹ ਦ੍ਰਿਸ਼ਟਾਂਤਾਂ ਦੁਆਰਾ ਜਗਤ ਦੀ ਉਤਪਤ ਤੋਂ ਗੁਪਤ ਗੱਲਾਂ ਨੂੰ ਉਚਾਰਨਗੇ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਗਤ ਦੀ ਉਤਪਤੀ ਨੂੰ ਉਤਪਤ ਦੀ ਕਿਤਾਬ ਵਿੱਚ ਦਰਜ ਕੀਤਾ ਗਿਆ ਹੈ। ਉਤਪਤ ਦੀ ਕਿਤਾਬ ਵਿੱਚ ਪਰਮੇਸ਼ਵਰ ਦੇ 6000 ਸਾਲਾਂ ਦੇ ਮੁਕਤੀ ਦੇ ਕੰਮ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਸ਼ਾਮਿਲ ਹੈ। ਇਹ ਭਲੇ ਅਤੇ ਬੁਰੇ ਦੀ ਸਿਆਣ ਦੇ ਬਿਰਛ ਅਤੇ ਜੀਵਨ ਦੇ ਬਿਰਛ ਦਾ ਮਾਮਲਾ ਹੈ। ਪਰਮੇਸ਼ਵਰ ਨੇ ਆਦਮ ਅਤੇ ਹਵਾ ਨੂੰ ਅਦਨ ਦੇ ਬਾਗ ਵਿੱਚ ਰਹਿਣ ਦਿੱਤਾ ਅਤੇ ਭਲੇ ਅਤੇ ਬੁਰੇ ਦੇ ਸਿਆਣ ਦਾ ਬਿਰਛ ਅਤੇ ਜੀਵਨ ਦਾ ਬਿਰਛ ਦੋਵਾਂ ਨੂੰ ਉੱਥੇ ਲਗਾਇਆ ਸੀ। ਆਓ ਅਸੀਂ ਉਤਪਤ ਦੀ ਕਿਤਾਬ ਅਧਿਆਇ 2 ਵਚਨ 9 ਤੇ ਇੱਕ ਨਜ਼ਰ ਪਾਈਏ। ਅਤੇ ਯਹੋਵਾ ਪਰਮੇਸ਼ਵਰ ਨੇ ਜ਼ਮੀਨ ਤੋਂ ਹਰ ਬਿਰਛ ਜਿਹੜਾ ਵੇਖਣ ਵਿੱਚ ਸੁੰਦਰ ਸੀ ਅਰ ਖਾਣ ਵਿੱਚ ਚੰਗਾ ਸੀ ਅਤੇ ਬਾਗ ਦੇ ਵਿਚਕਾਰ ਜੀਵਨ ਦਾ ਬਿਰਛ ਤੇ ਭਲੇ ਬੁਰੇ ਦੀ ਸਿਆਣ ਦਾ ਬਿਰਛ ਵੀ ਉਗਾਇਆ। ਇਹ ਲਿਖਿਆ ਹੈ ਕਿ ਅਦਨ ਦੇ ਬਾਗ ਵਿੱਚ ਜੀਵਨ ਦਾ ਬਿਰਛ ਅਤੇ ਭਲੇ ਅਤੇ ਬੁਰੇ ਦੇ ਸਿਆਣ ਦਾ ਬਿਰਛ ਸੀ। ਆਓ ਅਸੀਂ ਉਤਪਤ ਅਧਿਆਇ 2 ਵਚਨ 16 ਦੇਖੀਏ। ਤਾਂ ਯਹੋਵਾ ਪਰਮੇਸ਼ਵਰ ਨੇ ਆਦਮੀ ਨੂੰ ਆਗਿਆ ਦਿੱਤੀ ਕਿ ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈ, ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈ, ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ। ਪਰਮੇਸ਼ਵਰ ਨੇ ਉਹਨਾਂ ਨੂੰ ਭਲੇ ਅਤੇ ਬੁਰੇ ਦੇ ਸਿਆਣ ਦੇ ਬਿਰਛ ਦਾ ਫਲ ਨਾ ਖਾਣ ਦਾ ਹੁਕਮ ਕੀ ਨਹੀਂ ਦਿੱਤਾ ਸੀ? ਪਰ ਆਦਮ ਅਤੇ ਹਵਾ ਨੇ ਕੀ ਕੀਤਾ? ਆਓ ਅਸੀਂ ਉਤਪਤ ਅਧਿਆਇ 3 ਵਚਨ 1 ਦੇਖੀਏ। ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਵਰ ਨੇ ਬਣਾਇਆ ਸੀ ਚਾਤਰ ਸੀ। ਅਤੇ ਉਸ ਨੇ ਉਸ ਤੀਵੀਂ ਨੂੰ ਆਖਿਆ, ਭਲਾ ਪਰਮੇਸ਼ਵਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ। ਤੀਵੀਂ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬਿਰਛਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ, ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ਵਰ ਨੇ ਆਖਿਆ ਤੁਸੀਂ ਨਾ ਖਾਓ, ਨਾ ਉਹਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ। ਪਰ ਸੱਪ ਨੇ ਤੀਵੀਂ ਨੂੰ ਆਖਿਆ ਕਿ ਤੁਸੀਂ ਕਦੀ ਨਾ ਮਰੋਗੇ।
ਸਗੋਂ ਪਰਮੇਸ਼ਵਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਨੂੰ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ ਅਤੇ ਤੁਸੀਂ ਪਰਮੇਸ਼ਵਰ ਵਾਂਗ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ। ਜਦ ਤੀਵੀ ਨੇ ਵੇਖਿਆ ਕਿ ਉਹ ਬਿਰਛ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਹ ਬਿਰਛ ਬੁੱਧ ਦੇਣ ਲਈ ਲੋੜੀਂਦਾ ਹੈ, ਤਾਂ ਉਸਨੇ ਉਹਦੇ ਫਲ ਤੋਂ ਲਿਆ ਤੇ ਆਪ ਖਾਧਾ, ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸਨੇ ਖਾਧਾ। ਤਦ ਦੋਹਾਂ ਦੀਆਂ ਅੱਖੀਆਂ ਖੁੱਲ ਗਈਆਂ ਤੇ ਉਹਨਾਂ ਨੇ ਜਾਣ ਲਿਆ ਭਾਈ ਅਸੀਂ ਨੰਗੇ ਹਾਂ। ਸੋ ਉਹਨਾਂ ਨੇ ਫਗੂੜੀ ਦੇ ਪੱਤੇ ਸਿਉਂ ਕੇ ਆਪਣੇ ਲਈ ਤਹਿਮਦ ਬਣਾਏ। ਆਦਮ ਅਤੇ ਹਵਾ ਨੇ ਭਲੇ ਅਤੇ ਬੁਰੇ ਦੇ ਸਿਆਣ ਦੇ ਬਿਰਛ ਵਿੱਚੋਂ ਖਾਧਾ ਅਤੇ ਇਸ ਦੇ ਦੁਆਰਾ ਪਹਿਲੀ ਵਾਰ ਸਾਰੀ ਮਨੁੱਖ ਜਾਤੀ ਉੱਤੇ ਮੌਤ ਲਿਆਂਦੀ ਗਈ ਸੀ। ਇਸ ਫਲ ਨੂੰ ਖਾ ਕੇ ਉਹਨਾਂ ਨੇ ਉਹ ਕਾਰਨ ਪੈਦਾ ਕੀਤਾ ਜਿਸ ਨਾਲ ਉਹਨਾਂ ਨੂੰ ਅਤੇ ਸਾਰੀ ਮਨੁੱਖ ਜਾਤੀ ਨੂੰ ਵੀ ਲਗਾਤਾਰ ਮੌਤ ਦਾ ਵਾਰਸ ਹੋਣਾ ਪੈਂਦਾ ਹੈ। ਪਰ ਪਰਮੇਸ਼ਵਰ ਨੇ ਮਨੁੱਖ ਜਾਤੀ ਨੂੰ ਮਰਨ ਲਈ ਨਹੀਂ ਛੱਡਿਆ ਸੀ, ਪਰ ਪਹਿਲਾਂ ਤੋਂ ਹੀ ਅਦਨ ਦੇ ਬਾਗ ਵਿੱਚ ਇੱਕ ਅਜਿਹੀ ਵਿਵਸਥਾ ਸਥਾਪਿਤ ਕਰ ਦਿੱਤੀ ਸੀ ਜੋ ਮਨੁੱਖ ਜਾਤੀ ਨੂੰ ਸਦਾ ਲਈ ਜਿਉਂਦਾ ਰਹਿਣ ਦੀ ਆਗਿਆ ਦਿੰਦੀ ਹੈ ਜੇਕਰ ਉਹ ਉਸ ਨੂੰ ਖਾਂਦੇ ਹਨ। ਆਓ ਅਸੀਂ ਅਧਿਆਇ 3 ਵਚਨ 22 ਉੱਤੇ ਇੱਕ ਨਜ਼ਰ ਪਾਈਏ। ਤਦ ਯਹੋਵਾ ਪਰਮੇਸ਼ਵਰ ਨੇ ਆਖਿਆ, ਵੇਖੋ ਆਦਮੀ ਭਲੇ ਬੁਰੇ ਦੀ ਸਿਆਣ ਵਿੱਚ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ, ਅਤੇ ਹੁਣ ਅਜਿਹਾ ਨਾ ਹੋਵੇ ਕਿ ਉਹ ਆਪਣਾ ਹੱਥ ਵਧਾ ਕੇ ਜੀਵਨ ਦੇ ਬਿਰਛ ਤੋਂ ਵੀ ਲੈ ਕੇ ਖਾਵੇ ਅਤੇ ਸਦਾ ਜਿਉਂਦਾ ਰਹੇ। ਜਦੋਂ ਅਸੀਂ ਭਲੇ ਅਤੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਖਾਂਦੇ ਹਾਂ ਤਦ ਅਸੀਂ ਮਰ ਜਾਵਾਂਗੇ, ਪਰ ਜਦੋਂ ਅਸੀਂ ਜੀਵਨ ਦੇ ਬਿਰਛ ਤੋਂ ਖਾਂਦੇ ਹਾਂ ਫਿਰ ਅਸੀਂ ਸਦਾ ਲਈ ਜੀਵਾਂਗੇ। ਆਓ ਅਸੀਂ ਆਇਤ 23 ਨਾਲ ਜਾਰੀ ਰੱਖੀਏ। ਸੋ ਯਹੋਵਾ ਪਰਮੇਸ਼ਵਰ ਨੇ ਉਹਨੂੰ ਅਦਨ ਦੇ ਬਾਗੋਂ ਕੱਢ ਦਿੱਤਾ ਤਾਂ ਜੋ ਉਹ ਉਸ ਜ਼ਮੀਨ ਨੂੰ ਵਾਹੇ ਜਿਸ ਤੋਂ ਉਹ ਕੱਢਿਆ ਗਿਆ ਸੀ। ਸੋ ਉਸਨੇ ਆਦਮੀ ਨੂੰ ਕੱਢ ਦਿੱਤਾ ਅਤੇ ਉਸਨੇ ਅਦਨ ਦੇ ਬਾਗ ਦੇ ਚੜ੍ਹਦੇ ਪਾਸੇ ਦੂਤਾਂ ਨੂੰ ਅਤੇ ਚੁਪਾਸੇ ਘੁੰਮਣ ਵਾਲੇ ਖੰਡੇ ਦੀ ਲਸ਼ਕ ਨੂੰ ਰੱਖਿਆ ਤਾਂ ਜੋ ਉਹ ਕੀ ਕਰਨ? ਜੀਵਨ ਦੇ ਬਿਰਛ ਦੇ ਰਾਹ ਦੀ ਰਾਖੀ ਕਰਨ। ਪਰਮੇਸ਼ਵਰ ਨੇ ਰਾਹ ਬੰਦ ਕਰ ਦਿੱਤਾ ਤਾਂ ਜੋ ਕੋਈ ਵੀ ਜੀਵਨ ਦੇ ਬਿਰਛ ਵਿੱਚੋਂ ਨਾ ਖਾ ਸਕੇ। ਪਾਪ ਕਰਨ ਤੋਂ ਪਹਿਲਾਂ ਜਿੰਨਾ ਉਹ ਚਾਹੁੰਦੇ ਉਨਾ ਹੀ ਜੀਵਨ ਦੇ ਬਿਰਛ ਕੋਲ ਜਾ ਸਕਦੇ ਸੀ, ਪਰ ਹੁਣ ਜੀਵਨ ਦੇ ਬਿਰਛ ਦਾ ਰਾਹ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ ਤੋਂ, ਜਿਵੇਂ ਕਿ ਰੋਮੀਓ ਦੀ ਕਿਤਾਬ ਵਿੱਚ ਲਿਖਿਆ ਹੈ, ਆਦਮ ਅਤੇ ਹਵਾ ਨੇ ਇਹ ਕਹਿੰਦੇ ਹੋਏ ਵਿਰਲਾਪ ਕੀਤਾ, ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ, ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ। ਅਸੀਂ ਬਾਈਬਲ ਦੁਆਰਾ ਦੇਖ ਸਕਦੇ ਹਾਂ ਕਿ ਉਹਨਾਂ ਨੇ ਕਿਵੇਂ ਵਿਰਲਾਪ ਕੀਤਾ। ਇਹ ਪੂਰੀ ਕਹਾਣੀ ਜੋ ਉਤਪਤ ਦੀ ਕਿਤਾਬ ਵਿੱਚ ਦਰਜ ਹੈ ਇੱਕ ਦ੍ਰਿਸ਼ਟਾਂਤ ਹੈ। ਪਰਮੇਸ਼ਵਰ ਚਾਹੁੰਦੇ ਹਨ ਕਿ ਅਸੀਂ ਅਦਨ ਦੇ ਬਾਗ ਵਿੱਚ ਵਾਪਰੀ ਘਟਨਾ ਦੁਆਰਾ ਇਹ ਜਾਣੀਏ ਕਿ ਸਵਰਗ ਵਿੱਚ ਕਿਵੇਂ ਅਸੀਂ ਸ਼ੈਤਾਨ ਦੁਆਰਾ ਬਹਿਕਾਏ ਗਏ ਅਤੇ ਪਾਪ ਕੀਤਾ। ਜੇਕਰ ਅਸੀਂ ਜੀਵਨ ਦੇ ਬਿਰਛ ਤੋਂ ਖਾਂਦੇ ਹਾਂ ਤਾਂ ਅਸੀਂ ਆਪਣੇ ਸਦੀਪਕ ਜੀਵਨ ਅਤੇ ਅਦਨ ਦੇ ਬਾਗ ਨੂੰ ਬਹਾਲ ਕਰਨ ਵਿੱਚ ਯੋਗ ਹੋਵਾਂਗੇ। ਭਾਵੇਂ ਅਸੀਂ ਵਰਜਿਤ ਫਲ ਖਾ ਕੇ ਪਾਪ ਕੀਤਾ ਸੀ, ਕਿ ਪਰਮੇਸ਼ਵਰ ਦੀ ਇਹ ਸ਼ਾਨਦਾਰ ਯੋਜਨਾ ਪੂਰੀ ਨਹੀਂ ਹੋਵੇਗੀ? ਬਾਈਬਲ ਵਿੱਚ ਅਦਨ ਦੇ ਜੀਵਨ ਦੇ ਬਿਰਛ ਦੀ ਅਸਲੀਅਤ ਕੀ ਹੈ? ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 4 ਦੇਖਦੇ ਹਾਂ ਤਾਂ ਇਹ ਕਿਹਾ ਗਿਆ ਹੈ, ਸਭ ਕੁਝ ਪਰਮੇਸ਼ਵਰ ਦੀ ਇੱਛਾ ਨਾਲ ਰਚਿਆ ਗਿਆ। ਫਿਰ ਜੀਵਨ ਦੇ ਬਿਰਛ ਦੇ ਦ੍ਰਿਸ਼ਟਾਂਤ ਦੀ ਅਸਲੀਅਤ ਕੀ ਹੈ? ਆਓ ਅਸੀਂ ਯੋਹੰਨਾ ਅਧਿਆਇ 6 ਵਚਨ 53 ਦੇਖੀਏ। ਤਦ ਯੀਸ਼ੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਂਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜਿਉਣ ਨਹੀਂ ਹੈ। ਜੋ ਕੋਈ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਸਦੀਪਕ ਜਿਉਣ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ। ਕਿਉਂਕਿ ਮੇਰਾ ਮਾਂਸ ਸੱਚਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ। ਜੋ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਸੋ ਮੇਰੇ ਵਿੱਚ ਰਹਿੰਦਾ ਹੈ ਔਰ ਮੈਂ ਉਸ ਵਿੱਚ। ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜਿਉਂਦਾ ਹਾਂ, ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਹੈ ਸੋ ਮੇਰੇ ਕਾਰਨ ਜੀਏਗਾ। ਆਇਤ 54 ਵਿੱਚ ਕਿਹਾ ਗਿਆ ਹੈ ਕਿ ਜੋ ਯੀਸ਼ੂ ਦਾ ਮਾਂਸ ਖਾਂਦਾ ਹੈ ਅਤੇ ਯੀਸ਼ੂ ਦਾ ਲਹੂ ਪੀਂਦਾ ਹੈ, ਸਦੀਪਕ ਜਿਉਣ ਉਸੇ ਦਾ ਹੈ। ਪਰਮੇਸ਼ਵਰ ਦੀਆਂ ਸਾਰੀਆਂ ਰਚਨਾਵਾਂ ਵਿੱਚੋਂ ਉਹ ਕਿਹੜੀ ਰਚਨਾ ਹੈ ਜਿਸ ਨੂੰ ਖਾਣ ਨਾਲ ਸਦੀਪਕ ਜੀਵਨ ਦਿੱਤਾ ਜਾ ਸਕਦਾ ਹੈ? ਉਹ ਜੀਵਨ ਦੇ ਬਿਰਛ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਹਾਲਾਂਕਿ ਯੋਹੰਨਾ ਅਧਿਆਇ 6 ਵਚਨ 53 ਨੇ ਕਿਹਾ, ਜੋ ਯੀਸ਼ੂ ਦਾ ਮਾਂਸ ਖਾਂਦਾ ਤੇ ਯੀਸ਼ੂ ਦਾ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸੇ ਦਾ ਹੈ। ਕੀ ਪੁਰਾਣਾ ਨੇਮ ਇੱਕ ਪਰਛਾਵਾਂ ਅਤੇ ਨਵਾਂ ਨੇਮ ਉਸ ਦੀ ਅਸਲੀਅਤ ਨਹੀਂ ਹੈ? ਆਖਰਕਾਰ
ਅਦਨ ਵਿੱਚ ਜੀਵਨ ਦੇ ਬਿਰਛ ਦੀ ਅਸਲੀਅਤ ਜੋ ਦ੍ਰਿਸ਼ਟਾਂਤ ਵਿੱਚ ਪਰਛਾਵੇਂ ਦੇ ਰੂਪ ਵਿੱਚ ਪ੍ਰਗਟ ਹੋਇਆ, ਅਸਲੀਅਤ ਵਿੱਚ ਕੀ ਯੀਸ਼ੂ ਦਾ ਮਾਂਸ ਅਤੇ ਲਹੂ ਨਹੀਂ ਹੈ? ਇਸ ਲਈ ਯੀਸ਼ੂ ਦਾ ਮਾਂਸ ਖਾਣ ਅਤੇ ਉਸ ਦਾ ਲਹੂ ਪੀਣ ਦਾ ਮਤਲਬ ਹੈ ਅਦਨ ਦੇ ਬਾਗ ਵਿੱਚ ਜੀਵਨ ਦੇ ਬਿਰਛ ਤੋਂ ਖਾਣਾ। ਇਹ ਬਹੁਤ ਜ਼ਰੂਰੀ ਹੈ। ਜੋ ਲੋਕ ਅਸਲ ਵਿੱਚ ਇਹ ਮਹਿਸੂਸ ਕਰਦੇ ਹਨ ਕਿ ਮੌਤ ਅਦਨ ਤੋਂ ਸ਼ੁਰੂ ਹੋਈ ਸੀ, ਉਹਨਾਂ ਨੂੰ ਇਹ ਵੀ ਮਹਿਸੂਸ ਕਰਨਾ ਚਾਹੀਦਾ ਹੈ ਕਿ ਯੀਸ਼ੂ ਦਾ ਮਾਂਸ ਅਤੇ ਲਹੂ ਅਸਲ ਵਿੱਚ ਸਾਡੇ ਲਈ ਕਿੰਨਾ ਮਹੱਤਵਪੂਰਨ ਹੈ। ਇਸ ਨੂੰ ਸਮਝਣ ਵਾਲੇ ਲੋਕਾਂ ਨੇ ਆਪਣੇ ਜੀਵਨ ਦਾ ਸਭ ਤੋਂ ਜ਼ਰੂਰੀ ਖਜ਼ਾਨਾ ਹਾਸਿਲ ਕੀਤਾ ਹੈ। ਸਦੀਪਕ ਜੀਵਨ ਪ੍ਰਾਪਤ ਕਰਨ ਦਾ ਇੱਕੋ ਇੱਕ ਤਰੀਕਾ ਹੈ ਜੀਵਨ ਦੇ ਬਿਰਛ ਤੋਂ ਖਾਣਾ, ਅਤੇ ਉਹ ਯੀਸ਼ੂ ਹਨ ਜਿਨ੍ਹਾਂ ਨੇ ਆ ਕੇ ਸਾਨੂੰ ਇਸ ਦੀ ਅਸਲੀਅਤ ਦੱਸੀ। ਮਨੁੱਖ ਦੇ ਪੁੱਤਰ ਦਾ ਮਾਂਸ ਅਤੇ ਲਹੂ ਅਦਨ ਦਾ ਜੀਵਨ ਦਾ ਬਿਰਛ ਹੈ। ਉਹਨਾਂ ਨੇ ਸਾਨੂੰ ਇਸ ਤੱਥ ਲਈ ਜਾਗਰੂਕ ਕੀਤਾ। ਫਿਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਯੀਸ਼ੂ ਦਾ ਮਾਂਸ ਅਤੇ ਲਹੂ ਕਿਵੇਂ ਖਾ ਅਤੇ ਪੀ ਸਕਦੇ ਹਾਂ, ਹੈ ਨਾ? ਜੇਕਰ ਸਾਨੂੰ ਇਹ ਸੱਚਾਈ ਪਰਮੇਸ਼ਵਰ ਦੁਆਰਾ ਸਿਖਾਈ ਗਈ ਹੈ, ਫਿਰ ਸਾਨੂੰ ਕਦੇ ਵੀ ਸੰਸਾਰ ਦੀ ਕਿਸੇ ਵੀ ਚੀਜ਼ ਨਾਲ ਈਰਖਾ ਨਹੀਂ ਕਰਨੀ ਚਾਹੀਦੀ। ਭਾਵੇਂ ਹੀ ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਫੈਲ ਗਿਆ ਹੈ ਅਤੇ ਲੋਕ ਜਲਵਾਯੂ ਪਰਿਵਰਤਨ ਨਾਲ ਤਬਾਹ ਹੋ ਗਏ ਹਨ, ਪਰ ਕੀ ਸਾਨੂੰ ਹੁਣ ਵੀ ਸਵਰਗ ਦੇ ਸਦੀਪਕ ਰਾਜ ਦੀ ਉਮੀਦ ਨਹੀਂ ਰੱਖਣੀ ਚਾਹੀਦੀ? ਕਿ ਸਾਨੂੰ ਸਾਰੀ ਮਨੁੱਖ ਜਾਤੀ ਉੱਤੇ ਤਰਸ ਕਰਕੇ ਜਲਦੀ ਇਸ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ? ਪਰਮੇਸ਼ਵਰ ਨੇ ਇਸ ਧਰਤੀ ਉੱਤੇ ਅਜਿਹੇ ਨਿਯਮਾਂ ਦੀ ਲੜੀ ਬਣਾਈ ਹੈ ਜਿਸ ਨਾਲ ਅਸੀਂ ਯੀਸ਼ੂ ਦਾ ਮਾਂਸ ਖਾ ਸਕਦੇ ਹਾਂ ਅਤੇ ਉਹਨਾਂ ਦਾ ਲਹੂ ਪੀ ਸਕਦੇ ਹਾਂ। ਆਓ ਅਸੀਂ ਮਤੀ ਅਧਿਆਇ 26 ਵਚਨ 17 ਦੇਖੀਏ। ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ, ਕਿਉਂਕਿ ਪਸਾਹ ਅਤੇ ਪਤੀਰੀ ਰੋਟੀ ਦਾ ਪਰਵ 3 ਵਾਰ ਵਿੱਚ 7 ਪਰਵਾਂ ਦੇ ਪਹਿਲੇ ਸਮੂਹ ਵਿੱਚ ਆਉਂਦੇ ਹਨ, ਇਸ ਲਈ ਬਾਈਬਲ ਪਸਾਹ ਦਾ ਵਰਣਨ ਪਤੀਰੀ ਰੋਟੀ ਦੇ ਪਰਵ ਦੇ ਪਹਿਲੇ ਦਿਨ ਦੇ ਰੂਪ ਵਿੱਚ ਕਰਦੀ ਹੈ। ਚੇਲਿਆਂ ਨੇ ਯੀਸ਼ੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ? ਤਾਂ ਉਹਨੇ ਕਿਹਾ, ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹਨੂੰ ਕਹੋ, ਭਾਈ ਗੁਰੂ ਆਖਦਾ ਹੈ, ਮੇਰਾ ਵੇਲਾ ਨੇੜੇ ਆ ਗਿਆ, ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾਹ ਦਾ ਤਿਉਹਾਰ ਕਰਾਂਗਾ। ਚੇਲਿਆਂ ਨੇ ਜਿਸ ਤਰ੍ਹਾਂ ਯੀਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਕੀਤਾ ਅਤੇ ਪਸਾਹ ਤਿਆਰ ਕੀਤਾ। ਆਓ ਅਸੀਂ ਆਇਤ 26 ਵਿੱਚ ਦੇਖੀਏ ਕਿ ਉਹਨਾਂ ਨੇ ਪਸਾਹ ਕਿਵੇਂ ਖਾਧਾ। ਜਦ ਉਹ ਖਾ ਰਹੇ ਸਨ, ਤਦ ਯੀਸ਼ੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਰ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਕੀ ਹੈ? ਮੇਰਾ ਸਰੀਰ ਹੈ। ਯੋਹੰਨਾ ਅਧਿਆਇ 6 ਵਿੱਚ ਉਹਨਾਂ ਨੇ ਕੀ ਕਿਹਾ? ਜੋ ਮੇਰਾ ਮਾਂਸ ਖਾਂਦਾ ਤੇ ਮੇਰਾ ਲਹੂ ਪੀਂਦਾ ਹੈ, ਉਹਨਾਂ ਕੋਲ ਕੀ ਹੋ ਸਕਦਾ ਹੈ? ਉਹਨਾਂ ਨੂੰ ਸਦੀਪਕ ਜੀਵਨ ਮਿਲ ਸਕਦਾ ਹੈ। ਪਰਮੇਸ਼ਵਰ ਦੀਆਂ ਸਾਰੀਆਂ ਰਚਨਾਵਾਂ ਵਿੱਚੋਂ ਸਿਰਫ ਇੱਕ ਰਚਨਾ ਜਿਸ ਨਾਲ ਸਾਡੇ ਸਦੀਪਕ ਜੀਵਨ ਦਾ ਵਾਅਦਾ ਕੀਤਾ ਗਿਆ ਸੀ, ਉਹ ਅਦਨ ਦੇ ਬਾਗ ਵਿੱਚ ਜੀਵਨ ਦਾ ਬਿਰਛ ਹੈ। ਯੀਸ਼ੂ ਨੇ ਕਿਹਾ, ਜੇਕਰ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਂਸ ਖਾਂਦੇ ਅਤੇ ਲਹੂ ਪੀਂਦੇ ਹੋ, ਤਦ ਸਦੀਪਕ ਜੀਵਨ ਤੁਹਾਡਾ ਹੈ। ਉਹਨਾਂ ਨੇ ਪਸਾਹ ਦੀ ਰੋਟੀ ਲਈ ਅਤੇ ਕਿਹਾ, ਇਹ ਕੀ ਮੇਰਾ ਸਰੀਰ ਹੈ। ਉਹਨਾਂ ਨੇ ਸਾਨੂੰ ਦੱਸਿਆ ਕਿ ਪਸਾਹ ਦੀ ਰੋਟੀ ਹੀ ਮਨੁੱਖ ਦੇ ਪੁੱਤਰ ਦਾ ਮਾਂਸ ਹੈ, ਜਿਵੇਂ ਕਿ ਯੋਹੰਨਾ ਅਧਿਆਇ 6 ਵਿੱਚ ਜ਼ਿਕਰ ਕੀਤਾ ਗਿਆ ਹੈ। ਆਓ ਅਸੀਂ ਆਇਤ 27 ਨਾਲ ਜਾਰੀ ਰੱਖੀਏ। ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ। ਪਸਾਹ ਦੇ ਦਿਨ ਤੇ ਦਾਖਰਸ ਦਾ ਪਿਆਲਾ ਦਿੰਦੇ ਹੋਏ ਉਹਨਾਂ ਨੇ ਕਿਹਾ, ਤੁਸੀਂ ਸਾਰੇ ਇਸ ਵਿੱਚੋਂ ਪੀਓ। ਆਓ ਅਸੀਂ ਆਇਤ 28 ਦੇਖੀਏ। ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਯੋਹੰਨਾ ਅਧਿਆਇ 6 ਵਿੱਚ ਕਿਹਾ ਗਿਆ ਹੈ, ਜੋ ਯੀਸ਼ੂ ਦਾ ਮਾਂਸ ਖਾਂਦਾ ਹੈ ਅਤੇ ਯੀਸ਼ੂ ਦਾ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸੇ ਦਾ ਹੈ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਯੀਸ਼ੂ ਦਾ ਮਾਂਸ ਅਤੇ ਉਹਨਾਂ ਦਾ ਲਹੂ ਅਦਨ ਦੇ ਬਾਗ ਵਿੱਚ ਜੀਵਨ ਦੇ ਬਿਰਛ ਦੀ ਅਸਲੀਅਤ ਹੈ। ਫਿਰ ਯੀਸ਼ੂ ਦਾ ਮਾਂਸ ਅਤੇ ਲਹੂ ਕੀ ਹੈ? ਯੀਸ਼ੂ ਨੇ ਇਸ ਨੂੰ ਪਸਾਹ ਦੀ ਸਚਾਈ ਵਿੱਚ ਇੱਕ ਨਿਯਮ ਦੇ ਰੂਪ ਵਿੱਚ ਸ਼ਾਮਲ ਕੀਤਾ ਅਤੇ ਉਹਨਾਂ ਲੋਕਾਂ ਲਈ ਜੋ ਵਿਸ਼ਵਾਸ ਕਰਦੇ ਹਨ ਅਤੇ ਪਰਮੇਸ਼ਵਰ ਦੇ ਨਿਯਮਾਂ ਅਤੇ ਵਿਵਸਥਾਵਾਂ ਦਾ ਪਾਲਨ ਕਰਦੇ ਹਨ, ਸਦੀਪਕ ਜੀਵਨ ਪਾਉਣ ਦਾ ਰਾਹ ਖੋਲ੍ਹ ਦਿੱਤਾ। ਉਤਪਤ ਦੇ ਇਤਿਹਾਸ ਨੂੰ ਦੇਖੀਏ ਤਾਂ ਪਰਮੇਸ਼ਵਰ ਨੇ ਕਰੂਬਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਜੀਵਨ ਦੇ ਬਿਰਛ ਦੇ ਰਾਹ ਨੂੰ ਬੰਦ ਕਰ ਦੇਣ, ਤਾਂ ਜੋ ਪਾਪੀਆਂ ਨੂੰ ਜੀਵਨ ਦੇ ਬਿਰਛ ਕੋਲ ਆਉਣ ਤੋਂ ਰੋਕਿਆ ਜਾ ਸਕੇ। ਫਿਰ ਕੀ ਇਹ ਸੱਚ ਨਹੀਂ ਹੈ
ਕਿ ਪਰਮੇਸ਼ਵਰ ਤੋਂ ਇਲਾਵਾ ਹੋਰ ਕੋਈ ਸਾਨੂੰ ਪਸਾਹ ਦੀ ਰੋਟੀ ਅਤੇ ਦਾਖਰਸ ਖਾਣ ਅਤੇ ਪੀਣ ਦਾ ਰਾਸਤਾ ਨਹੀਂ ਦੇ ਸਕਦਾ, ਜੋ ਜੀਵਨ ਦੇ ਬਿਰਛ ਦੀ ਸੱਚਾਈ ਹੈ। ਇਸ ਲਈ 2000 ਸਾਲ ਪਹਿਲਾਂ ਪਰਮੇਸ਼ਵਰ ਸਰੀਰ ਵਿੱਚ ਆਏ ਅਤੇ ਇਸ ਰਾਹ ਨੂੰ ਖੋਲ੍ਹ ਦਿੱਤਾ ਜੋ ਉਸ ਸਮੇਂ ਤੱਕ ਬੰਦ ਸੀ। ਇਸ ਲਈ ਇਸ ਨੂੰ ਨਵਾਂ ਰਾਹ ਕਿਹਾ ਗਿਆ। ਇਬਰਾਨੀਓ ਅਧਿਆਇ 10 ਵਿੱਚ ਇਸ ਨੂੰ ਇੱਕ ਨਵੇਂ ਅਤੇ ਜਿਉਂਦੇ ਰਾਹ ਦੇ ਰੂਪ ਵਿੱਚ ਵਰਣਨ ਕੀਤਾ ਗਿਆ ਹੈ। ਇਸ ਨੂੰ ਨਵਾਂ ਨੇਮ ਵੀ ਕਿਹਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਪਰਮੇਸ਼ਵਰ ਨੇ ਆ ਕੇ ਇਸ ਨਵੇਂ ਰਾਹ ਨੂੰ ਖੋਲ੍ਹਿਆ। ਆਓ ਅਸੀਂ ਲੂਕਾ ਅਧਿਆਇ 22 ਵਚਨ 7 ਦੇਖੀਏ। ਪਤੀਰੀ ਰੋਟੀ ਦਾ ਦਿਨ ਆਇਆ, ਜਿਸ ਵਿੱਚ ਪਸਾਹ ਦੇ ਲਈ ਬਲੀਦਾਨ ਕਰਨਾ ਸੀ, ਅਤੇ ਉਸ ਨੇ ਪਤਰਸ ਅਤੇ ਯੋਹੰਨਾ ਨੂੰ ਇਹ ਕਹਿ ਕੇ ਘੱਲਿਆ, ਭਈ ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ। ਆਓ ਅਸੀਂ ਆਇਤ 14 ਦੇਖੀਏ। ਜਾਂ ਘੜੀ ਆ ਪਹੁੰਚੀ ਤਾਂ ਉਹ ਖਾਣ ਬੈਠਾ ਅਤੇ ਰਸੂਲ ਉਹਦੇ ਨਾਲ ਬੈਠੇ। ਉਸ ਨੇ ਉਹਨਾਂ ਨੂੰ ਕਿਹਾ ਕਿ ਮੈਂ ਵੱਡੀ ਇੱਛਾ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ। ਆਓ ਅਸੀਂ ਆਇਤ 19 ਦੇਖੀਏ। ਤਾਂ ਉਸ ਨੇ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਇਹ ਕਹਿ ਕੇ ਉਹਨਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ। ਅਤੇ ਖਾਣ ਪਿੱਛੋਂ ਇਸੇ ਤਰ੍ਹਾਂ ਉਸ ਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਬਹਾਇਆ ਜਾਂਦਾ ਹੈ। ਕੀ ਹੈ? ਨਵਾਂ ਨੇਮ ਹੈ। ਸ਼ਬਦ ਨਵੇਂ ਨੇਮ ਦਾ ਮਤਲਬ ਹੈ ਕਿ ਉਸ ਸਮੇਂ ਤੱਕ ਅਜਿਹਾ ਕੋਈ ਨੇਮ ਕਦੇ ਸਥਾਪਿਤ ਨਹੀਂ ਕੀਤਾ ਗਿਆ ਸੀ। ਭਾਵੇਂ ਬਹੁਤ ਸਾਰੇ ਲੋਕ ਪੈਦਾ ਹੋਏ ਅਤੇ ਮਰ ਗਏ, ਪਰ ਜੀਵਨ ਦੇ ਬਿਰਛ ਵਿੱਚੋਂ ਖਾਣ ਦਾ ਰਾਹ ਉਸ ਪਲ ਤੱਕ ਨਹੀਂ ਖੋਲ੍ਹਿਆ ਗਿਆ ਸੀ, ਹੈ ਨਾ? ਯੀਸ਼ੂ ਦੇ ਪਹਿਲੀ ਅਤੇ ਦੂਸਰੀ ਵਾਰ ਆਉਣ ਤੇ ਸਾਨੂੰ ਸਦੀਪਕ ਜੀਵਨ ਦੇਣ ਦਾ ਰਾਹ ਇੱਕ ਹੀ ਹੈ। ਇਸ ਪ੍ਰਕਾਰ ਕਿ ਭਲੇ ਅਤੇ ਬੁਰੇ ਦੇ ਸਿਆਣ ਦੇ ਬਿਰਛ ਤੋਂ ਖਾਣ ਦੇ ਨਤੀਜੇ ਵਜੋਂ ਮਰਨ ਵਾਲੇ ਲੋਕਾਂ ਨੂੰ ਸੌਂਪਿਆ ਗਿਆ ਸਭ ਤੋਂ ਜ਼ਰੂਰੀ ਕੰਮ ਪਸਾਹ ਮਨਾਉਣਾ ਨਹੀਂ ਹੈ। ਫਿਰ ਹੁਣ ਇਸ ਸੱਚਾਈ ਨੂੰ ਸਿਰਫ ਕੌਣ ਜਾਣਦਾ ਹੈ ਕਿ ਉਹ ਸਾਡੇ ਸਵਰਗੀ ਪਿਤਾ ਅਨਸੰਗ ਨਹੀਂ ਹਨ, ਜਿਨ੍ਹਾਂ ਨੇ ਇਸ ਧਰਤੀ ਉੱਤੇ ਆ ਕੇ ਇਹਨਾਂ ਸਾਰਿਆਂ ਮਾਮਲਿਆਂ ਨੂੰ ਸਿਖਾਇਆ ਅਤੇ ਸਾਡੇ ਲਈ ਉਹ ਸਾਰੇ ਰਾਹ ਖੋਲ੍ਹੇ ਜੋ ਨਾ ਤਾਂ ਤੁਸੀਂ ਅਤੇ ਨਾ ਹੀ ਮੈਂ ਪਹਿਲਾਂ ਤੋਂ ਜਾਣਦੇ ਸੀ। ਜਦੋਂ ਯੀਸ਼ੂ ਨੇ 2000 ਸਾਲ ਪਹਿਲਾਂ ਪਸਾਹ ਨੂੰ ਸਥਾਪਿਤ ਕੀਤਾ, ਤਦ ਉਹਨਾਂ ਨੇ ਯੋਹੰਨਾ ਅਧਿਆਇ 10 ਵਿੱਚ ਕਿਹਾ, ਚੋਰ ਨਹੀਂ ਆਉਂਦਾ ਪਰ ਇਸ ਲਈ ਜੋ ਚੁਰਾਵੇ ਅਰ ਵੱਡੇ ਅਤੇ ਨਾਸ ਕਰੇ। ਮੈਂ ਇਸ ਲਈ ਆਇਆ ਭਈ ਉਹਨਾਂ ਨੂੰ ਕੀ ਮਿਲੇ? ਜਿਉਣ ਮਿਲੇ, ਸਗੋਂ ਚੋਖਾ ਮਿਲੇ। ਜਦੋਂ ਯੀਸ਼ੂ ਨੇ ਕਿਹਾ ਕਿ ਉਹ ਜੀਵਨ ਦੇਣ ਆਏ, ਤਦ ਉਹਨਾਂ ਦਾ ਮਤਲਬ ਸੀ, ਮੈਂ ਤੁਹਾਨੂੰ ਜੀਵਨ ਦੇ ਬਿਰਛ ਵਿੱਚੋਂ ਖਾਣ ਦੀ ਇਜਾਜ਼ਤ ਦੇਵਾਂਗਾ। ਜਦੋਂ ਯੀਸ਼ੂ 2000 ਸਾਲ ਪਹਿਲਾਂ ਇਸ ਧਰਤੀ ਉੱਤੇ ਆਏ ਸੀ, ਉਦੋਂ ਉਹਨਾਂ ਨੇ ਪਸਾਹ ਦੀ ਸੱਚਾਈ ਮਤਲਬ ਜੀਵਨ ਦੇ ਬਿਰਛ ਦੀ ਅਸਲੀਅਤ ਨੂੰ ਸਥਾਪਿਤ ਕੀਤਾ ਸੀ। ਪਰ 325 ਈਸਵੀ ਵਿੱਚ ਨਿਕਿਆ ਦੀ ਪਰਿਸ਼ਦ ਵਿੱਚ ਪਸਾਹ ਦੀ ਵਿਵਸਥਾ ਨੂੰ ਮਿਟਾ ਦਿੱਤਾ ਗਿਆ ਸੀ। ਨਤੀਜੇ ਵਜੋਂ ਮਨੁੱਖ ਜਾਤੀ ਲਈ ਸਦੀਪਕ ਜੀਵਨ ਪਾਉਣ ਦਾ ਰਾਹ ਹਨੇਰੇ ਯੁੱਗ ਦੀ ਮਿਆਦ ਦੌਰਾਨ ਬੰਦ ਕਰ ਦਿੱਤਾ ਗਿਆ ਸੀ। ਤਦ ਰਾਹ ਖੋਲ੍ਹਣ ਲਈ ਫਿਰ ਤੋਂ ਕਿਸ ਨੂੰ ਆਉਣਾ ਚਾਹੀਦਾ ਹੈ? ਇੱਥੋਂ ਤੱਕ ਕਿ ਧਰਮ ਗ੍ਰੰਥੀ ਜਾਂ ਉਹ ਵੀ ਜੋ ਕਈ ਵਾਰ ਬਾਈਬਲ ਪੜ੍ਹਦੇ ਹਨ, ਇਸ ਸੱਚਾਈ ਨੂੰ ਲੱਭ ਨਹੀਂ ਸਕਦੇ ਕਿ ਇਹ ਸਮਝ ਕੁਝ ਅਜਿਹੀ ਨਹੀਂ ਹੈ ਜਿਸ ਨੂੰ ਸਿਰਫ ਮੁਕਤੀਦਾਤਾ ਦੇ ਆਉਣ ਤੇ ਹੀ ਹੱਲ ਕੀਤਾ ਜਾ ਸਕਦਾ ਹੈ। ਆਓ ਅਸੀਂ ਇਬਰਾਨੀਓ ਅਧਿਆਇ 9 ਵਚਨ 27 ਦੇਖੀਏ। ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹਦੇ ਪਿੱਛੋਂ ਨਿਆਂ ਹੁੰਦਾ ਹੈ, ਤਿਵੇਂ ਮਸੀਹ ਵੀ ਬਾਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜਾਇਆ ਗਿਆ ਅਤੇ ਉਹਨਾਂ ਉੱਤੇ ਜਿਹੜੇ ਉਹਨੂੰ ਉਡੀਕਦੇ ਹਨ, ਪਾਪ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਕਿਹੜੀ ਵਾਰ? ਦੂਈ ਵਾਰ ਪ੍ਰਗਟ ਹੋਵੇਗਾ। ਬਾਈਬਲ ਕਹਿੰਦੀ ਹੈ ਕਿ ਮਸੀਹ ਪਹਿਲੀ ਵਾਰ ਸਾਡੇ ਪਾਪਾਂ ਲਈ ਆਪਣੇ ਆਪ ਨੂੰ ਬਲੀਦਾਨ ਕਰਨ ਆਏ ਸੀ ਅਤੇ ਉਹ ਦੂਸਰੀ ਵਾਰ ਸਾਰੀ ਮਨੁੱਖ ਜਾਤੀ ਨੂੰ ਬਚਾਉਣ ਲਈ ਦਿਖਾਈ ਦੇਣਗੇ। ਇਹ ਉਹ ਸਮਾਂ ਹੈ ਜਦੋਂ ਮੁਕਤੀ ਸਭ ਤੋਂ ਜ਼ਰੂਰੀ ਹੈ। ਭਲੇ ਅਤੇ ਬੁਰੇ ਦੇ ਸਿਆਣ ਦੇ ਬਿਰਛ ਵਿੱਚੋਂ ਖਾਣ ਦੇ ਪਾਪ ਕਾਰਨ ਮਰਨ ਵਾਲੇ ਲੋਕਾਂ ਨੂੰ ਬਚਾਉਣ ਲਈ ਅਦਨ ਵਿੱਚ ਜੀਵਨ ਦਾ ਬਿਰਛ ਜ਼ਰੂਰੀ ਸੀ। ਜੀਵਨ ਦਾ ਬਿਰਛ ਇੱਕ ਕੀਮਤੀ ਨਿਸ਼ਾਨ ਹੈ ਕਿ ਪਰਮੇਸ਼ਵਰ ਸਾਨੂੰ ਪਾਪ ਤੋਂ ਮੁਕਤ ਕਰਨਗੇ ਅਤੇ ਸਾਡੇ ਲਈ ਮੁਕਤੀ ਦਾ ਰਾਹ ਖੋਲ੍ਹਣਗੇ। ਕਿ ਮਸੀਹ ਨੇ ਪਸਾਹ ਨੂੰ ਉਸ ਸੱਚਾਈ ਦੇ ਰੂਪ ਵਿੱਚ ਸਥਾਪਿਤ ਨਹੀਂ ਕੀਤਾ ਜੋ ਜੀਵਨ ਦੇ ਬਿਰਛ ਦੇ ਵੱਲ ਲੈ ਜਾਂਦੀ ਹੈ। ਇਸ ਕਾਰਨ ਜਦੋਂ ਮਸੀਹ ਇਸ ਧਰਤੀ ਤੇ ਦੂਸਰੀ ਵਾਰ ਆਉਂਦੇ ਹਨ, ਤਦ ਉਹਨਾਂ ਨੂੰ ਨਵੇਂ ਨੇਮ ਦੇ ਪਸਾਹ ਦੀ ਸੱਚਾਈ ਜ਼ਰੂਰ ਲਿਆਉਣੀ ਚਾਹੀਦੀ ਹੈ। ਇਹ ਪੱਕਾ ਸਬੂਤ ਹੈ ਕਿ ਉਹ ਸਾਡੇ ਮੁਕਤੀਦਾਤਾ ਹਨ, ਜਿਨ੍ਹਾਂ ਦੀ ਅਸੀਂ ਉਡੀਕ ਕਰ ਰਹੇ ਹਾਂ।
ਦੂਸਰੀ ਵਾਰ ਆਉਣਾ ਇੱਕ ਨਿਸ਼ਚਿਤ ਸਮੇਂ ਤੇ ਹੋਣਾ ਚਾਹੀਦਾ ਹੈ। ਬਾਈਬਲ ਦੀ ਭਵਿੱਖਬਾਣੀ ਦੇ ਅਨੁਸਾਰ ਜਦੋਂ ਹੰਝੀਰ ਦੇ ਬਿਰਛ ਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ, ਫਿਰ ਮੁਕਤੀਦਾਤਾ ਜ਼ਰੂਰ ਆਉਣੇ ਚਾਹੀਦੇ ਹਨ। ਪਰਮੇਸ਼ਵਰ ਨੇ ਨਿਸ਼ਚਿਤ ਤੌਰ ਤੇ ਉਸ ਸਮੇਂ ਦੁਬਾਰਾ ਆਉਣ ਦਾ ਵਾਅਦਾ ਕੀਤਾ ਹੈ। ਉਹ ਕਿਸੇ ਵੀ ਅਨਿਯਮਿਤ ਸਮੇਂ ਤੇ ਵਾਪਸ ਨਹੀਂ ਆਉਂਦੇ। ਮੁਕਤੀਦਾਤਾ ਦੇ ਇਲਾਵਾ ਜਿਨ੍ਹਾਂ ਬਾਰੇ ਬਾਈਬਲ ਗਵਾਹੀ ਦਿੰਦੀ ਹੈ, ਕੋਈ ਵੀ ਸਾਨੂੰ ਪਾਪ ਤੋਂ ਅਤੇ ਅੰਤਮ ਵਿਪਤਾ ਤੋਂ ਨਹੀਂ ਬਚਾ ਸਕਦਾ ਹੈ। ਪਰਮੇਸ਼ਵਰ ਸਾਨੂੰ ਬਚਾਉਣ ਲਈ ਦੂਸਰੀ ਵਾਰ ਇਸ ਧਰਤੀ ਉੱਤੇ ਆਏ ਹਨ। ਨਬੀ ਯਸ਼ਾਇਆ ਨੇ ਸਪਸ਼ਟ ਤੌਰ ਤੇ ਪਰਮੇਸ਼ਵਰ ਦੇ ਆਉਣ ਦੀ ਭਵਿੱਖਬਾਣੀ ਕੀਤੀ ਸੀ। ਉਹ ਪੁਰਾਣੀਆਂ ਮਦਾਂ ਦੀ ਦਾਊਦ ਨਾਲ ਮੌਤ ਨੂੰ ਸਦਾ ਲਈ ਝੱਪ ਲਵੇਗਾ। ਵੇਖੋ, ਇਹ ਕੌਣ ਹੈ? ਇਹ ਸਾਡਾ ਪਰਮੇਸ਼ਵਰ ਹੈ। ਅਸੀਂ ਉਹਨੂੰ ਉਡੀਕਦੇ ਸਾਂ ਅਤੇ ਉਹ ਸਾਨੂੰ ਬਚਾਵੇਗਾ। ਕਿ ਬਾਈਬਲ ਸਹੀ ਤੌਰ ਤੇ ਪਰਮੇਸ਼ਵਰ ਬਾਰੇ ਗਵਾਹੀ ਨਹੀਂ ਦਿੰਦੀ? ਮਨੁੱਖਾਂ ਨੂੰ ਜਿਨ੍ਹਾਂ ਨੇ ਵਰਜਿਤ ਫਲ ਖਾਧਾ ਅਤੇ ਸਦੀਪਕ ਮੌਤ ਲਈ ਨਿਯੁਕਤ ਸਨ, ਕਿਸ ਨੇ ਨਵੇਂ ਨੇਮ ਦੇ ਪਸਾਹ ਦੀ ਸੱਚਾਈ ਦੁਆਰਾ ਮੁਕਤੀ ਦੇ ਰਾਹ ਉੱਤੇ ਅਗਵਾਈ ਕੀਤੀ ਹੈ? ਕਿਸ ਨੇ ਸਾਨੂੰ ਪਸਾਹ ਦੀ ਸੱਚਾਈ ਦਾ ਪ੍ਰਚਾਰ ਕੀਤਾ ਅਤੇ ਸਾਨੂੰ ਜੀਵਨ ਦੇ ਬਿਰਛ ਦੇ ਮਾਰਗ ਵੱਲ ਲੈ ਗਏ? ਕੀ ਉਹ ਸਾਡੇ ਪਰਮੇਸ਼ਵਰ ਮਸੀਹੀ ਅਨਸੰਗ ਨਹੀਂ ਹਨ? ਕੀ ਉਹ ਆਤਮਾ ਦੀ ਲਾੜੀ ਯਰੂਸ਼ਲਮ ਸਾਡੀ ਸਵਰਗੀਆ ਮਾਤਾ ਨਹੀਂ ਹੈ? ਸਾਨੂੰ ਇਸ ਸੱਚਾਈ ਨੂੰ ਸਿਰਫ ਉੱਪਰੋਂ ਹੀ ਨਹੀਂ ਸਮਝਣਾ ਚਾਹੀਦਾ। ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਹੁਣ ਸਾਨੂੰ ਕਿੰਨੀ ਕਿਰਪਾ ਪ੍ਰਾਪਤ ਹੋ ਰਹੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਪਰਮੇਸ਼ਵਰ ਦੀ ਕਿਰਪਾ ਕਰਕੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਸੰਸਾਰ ਵਿੱਚ ਕੋਈ ਵੀ ਸਾਡਾ ਮੁਕਤੀਦਾਤਾ ਨਹੀਂ ਹੋ ਸਕਦਾ। ਸਾਡੇ ਇੱਕੋ ਇੱਕ ਮੁਕਤੀਦਾਤਾ ਕੌਣ ਹਨ? ਜੋ ਸਿਯੋਨ ਵਿੱਚ ਆਏ ਹਨ। ਸਾਡੇ ਮੁਕਤੀਦਾਤਾ ਪਿਤਾ ਅਨਸੰਗ ਅਤੇ ਨਵੀਂ ਯਰੂਸ਼ਲਮ ਸਵਰਗੀਆ ਮਾਤਾ ਜੀ ਹਨ। ਮੈਂ ਤੁਹਾਨੂੰ ਇੱਕ ਵਾਰ ਫਿਰ ਇਸ ਗੱਲ ਨੂੰ ਆਪਣੇ ਦਿਲ ਵਿੱਚ ਡੂੰਘਾਈ ਨਾਲ ਉਕਾਰੀ ਕਰਨ ਅਤੇ ਅੰਤ ਤੱਕ ਜਿੱਥੇ ਵੀ ਉਹ ਜਾਂਦੇ ਹਨ ਉਹਨਾਂ ਦਾ ਪਾਲਨ ਕਰਨ ਅਤੇ ਸਵਰਗ ਦੇ ਸਦੀਪਕ ਰਾਜ ਵਿੱਚ ਪ੍ਰਵੇਸ਼ ਕਰਨ ਲਈ ਕਹਿੰਦਾ ਹਾਂ। ਆਸ ਕਰਦੇ ਹੋਏ ਕਿ ਤੁਹਾਨੂੰ ਬਹੁਤ ਕਿਰਪਾ ਪ੍ਰਾਪਤ ਹੋਈ ਹੋਵੇਗੀ, ਮੈਂ ਅੱਜ ਦਾ ਉਪਦੇਸ਼ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।